ਡੀਅਰ ਸਟੂਡੈਂਟ, ਲਾਸਟ ਲੈਕਚਰ ਦੇ ਵਿੱਚ ਅਸੀਂ ਰੀਫਰੈਕਸ਼ਨ ਆਫ ਲਾਈਟ ਬਾਰੇ ਆਪਾਂ ਡਿਸਕਸ ਕਰ ਰਹੇ ਸੀ, ਜਿਹਦੇ ਵਿੱਚ ਅਸੀਂ ਡਿਸਕਸ ਕੀਤਾ ਕਿ ਜਦੋਂ ਲਾਈਟ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਦੇ ਵਿੱਚ ਐਂਟਰ ਕਰਦੀ ਹੈ, 에ਅਰ ਤੋਂ ਵਾਟਰ ਜਾਂਦੀ ਹੈ ਜਾਂ 에ਅਰ ਤੋਂ ਗਲਾਸ ਵਿੱਚ ਐਂਟਰ ਕਰਦੀ ਹੈ, ਕਹਿਣ ਦਾ ਮਤਲਬ when a ray of light changes the medium then it changes its path। ਉਹਦੇ ਪਾਥ ਦੇ ਵਿੱਚ ਜਿਹੜੀ ਹੈ ਉਹ ਚੇਂਜ ਆਉਂਦੀ ਹੈ, ਜਾਂ ਤੇ ray of light towards normal bend ਹੋ ਜਾਂਦੀ ਹੈ ਜਾਂ ray of light bend away from the normal। ਇਹਦੇ ਬਾਰੇ ਅਸੀਂ ਕੱਲ ਡਿਟੇਲ ਦੇ ਵਿੱਚ ਜਿਹੜਾ ਹੈ ਡਿਸਕਸ ਕਰ ਚੁੱਕੇ ਹਾਂ ਪਾਰਟ 1 ਦੇ ਵਿੱਚ। ਹੁਣ ਇੱਕ ਚੀਜ਼ ਤੁਸੀਂ ਆਪਣੇ ਮਾਈਂਡ ਵਿੱਚ ਰੱਖਣੀ ਹੈ, ਤਾਂ ਹੀ ਅਸੀਂ ਜਿਹੜਾ ਅੱਜ ਦਾ ਜਿਹੜਾ ਇਹ ਲੈਕਚਰ ਹੈ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਡਿਸਕਸ ਕਰ ਪਾਵਾਂਗੇ। ਪਹਿਲਾ ਪੁਆਇੰਟ ਤੁਸੀਂ ਯਾਦ ਰੱਖਣਾ ਹੈ, ਜਦੋਂ ਰੇਅਰ ਤੋਂ ਡੈਂਸਰ ਜਿਹੜੀ ਹੈ ਰੇ ਆਫ ਲਾਈਟ ਜਾਏਗੀ, ਰੇਅਰ ਟੂ ਡੈਂਸਰ, then it bends towards normal। ਇੱਕ ਚੀਜ਼ ਯਾਦ ਰੱਖਣੀ ਹੈ, rare to denser bends towards normal। दूसरा, when it go from denser medium to rare medium, then a ray of light will bend away from normal। ਇਹ ਚੀਜ਼ ਤੁਸੀਂ ਜਿਹੜੀ ਹੈ ਆਪਣੇ ਮਾਈਂਡ ਵਿੱਚ ਰੱਖਣੀ ਹੈ। ਇਸ ਤੋਂ ਇਲਾਵਾ ਅਸੀਂ ਸਨੈਲਸ ਲਾਅ ਵੀ ਆਪਾਂ ਕੱਲ ਡਿਸਕਸ ਕੀਤਾ ਸੀਗਾ ਕਿ ਜਿਹੜਾ ਸਾਡਾ ਰਿਫਰੈਕਟਿਵ ਇੰਡੈਕਸ ਹੈ, ਜਿਹਨੂੰ ਅਸੀਂ ਮਿਊ ਲਿਖਦੇ ਹਾਂ, ਇਹ ਕਾਦੀ ਰੇਸ਼ੋ ਆਈ ਸੀ ਸਾਡੀ, ਸਾਈਨ ਆਈ ਡਿਵਾਈਡਡ ਬਾय ਸਾਡੇ ਕੋਲ ਆਇਆ ਸੀਗਾ ਸਾਈਨ ਆਰ। ਸਾਈਨ ਆਫ ਐਂਗਲ ਆਫ ਇਨਸੀਡੈਂਸ ਨੂੰ ਡਿਵਾਈਡ ਕਰਤਾ ਸੀਗਾ ਸਾਈਨ ਆਫ ਐਂਗਲ ਆਫ ਰਿਫਰੈਕਸ਼ਨ। ਇਸ ਰੇਸ਼ੋ ਨੂੰ ਅਸੀਂ ਬੋਲਦੇ ਹਾਂ ਰਿਫਰੈਕਟਿਵ ਇੰਡੈਕਸ, ਤੇ ਇਹ ਹਮੇਸ਼ਾ ਹੀ ਰੇਸ਼ੋ ਜਿਹੜੀ ਹੈ ਕਾਂਸਟੈਂਟ ਹੁੰਦੀ ਹੈ। ਫॉर ਅ ਪੇਅਰ ਆਫ ਮੀਡੀਆ ਵਿਚ ਆਰ ਇਨ ਕੰਟੈਕਟ, ਜਿਹੜੇ ਮੀਡੀਅਮ ਜਿਹੜੇ ਦੋ ਆਪਸ ਵਿੱਚ ਕੰਟੈਕਟ ਚ ਆਏ ਨੇ ਉਹਨਾਂ ਵਾਸਤੇ ਇਹ ਰੇਸ਼ੋ ਜਿਹੜੀ ਹੈ ਹਮੇਸ਼ਾ ਹੀ ਸੇਮ ਰਹੇਗੀ। ਨਾਓ ਮਿਊ ਦੀ ਵੈਲਿਊ ਜਿਹੜੀ ਆਪਾਂ ਡਿਸਕਸ ਕੀਤੀ ਸੀ, ਜੇ ਇੱਥੇ ਮੈਂ A ਲਿਖਿਆ ਥੱਲੇ G, ਆ ਕੀ ਚੀਜ਼ ਸੀਗੀ ਕਿ ਲਾਈਟ ਗਈ ਕਿੱਧਰ, 에ਅਰ ਟੂ ਗਲਾਸ, ਗਲਾਸ ਚ ਗਈ ਤੇ ਲਾਈਟ ਨੂੰ ਬੈਂਡ ਕਿਨੇ ਕੀਤਾ, ਗਲਾਸ ਨੇ ਬੈਂਡ ਕੀਤਾ। ਇਹਨੂੰ ਪੜ੍ਹਨਾ ਕਿਸ ਤਰ੍ਹਾਂ ਹੈ, ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ 에ਅਰ। ਗਲਾਸ ਨੇ ਬੈਂਡ ਕੀਤਾ ਤੇ ਰਿਫਰੈਕਟਿਵ ਇੰਡੈਕਸ ਕਿਹਦਾ ਆਏਗਾ, ਗਲਾਸ ਦਾ। ਤੇ ਇਹਦੀ ਵੈਲਿਊ ਮੈਂ ਕੱਲ ਵੀ ਦੱਸੀ ਸੀ ਤੁਹਾਨੂੰ, ਇਹਦੀ ਵੈਲਿਊ ਆਉਂਦੀ ਹੈ ਸਾਡੇ ਕੋਲ 3/2, ਜਿਹਨੂੰ ਅਸੀਂ 1.5 ਲਿਖਦੇ ਹਾਂ। ਇਹ ਤੁਸੀਂ ਆਪਣੇ ਮਾਈਂਡ ਵਿੱਚ ਹਮੇਸ਼ਾ ਯਾਦ ਰੱਖਣੀ ਹੈ ਕਿ ਵਾਟ ਇਜ਼ ਦਾ ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ 에ਅਰ। ਸਿਮਿਲਰਲੀ ਇੱਕ ਅਸੀਂ ਆ ਵੀ ਡਿਸਕਸ ਕੀਤਾ ਸੀ, ਜੇ ਵਾਟਰ ਚ ਐਂਟਰ ਕਰਦੀ ਹੈ ਤੇ ਇਹਦੀ ਵੈਲਿਊ ਆਈ ਸੀ ਸਾਡੇ ਕੋਲ 4/3, ਰਿਫਰੈਕਟਿਵ ਇੰਡੈਕਸ ਆਫ ਵਾਟਰ ਵਿਦ ਰਿਸਪੈਕਟ ਟੂ 에ਅਰ। ਨਾਓ ਇਥੋਂ ਤੱਕ ਅਸੀਂ ਜਿਹੜਾ ਹੈ ਕੱਲ ਡਿਸਕਸ ਕੀਤਾ ਹੈ। ਨਾਓ our today's topic is, ਹੁਣ ਸਾਡਾ ਅੱਜ ਦਾ ਟੌਪਿਕ ਕਿਹੜਾ ਹੈ, refraction of light through a rectangular glass slab। ਸਾਡੇ ਕੋਲ ਇੱਕ ਗਲਾਸ ਦੀ ਜਿਹੜੀ ਇੱਕ ਸਲੈਬ ਹੈ, ਉਹਦੇ ਵਿੱਚੋਂ ਅਸੀਂ ਅੱਜ ਟੋਟਲ ਜਿਹੜਾ ਹੈ ਰੀਫਰੈਕਸ਼ਨ ਬਾਰੇ ਆਪਾਂ ਉਹਦੇ ਡਿਸਕਸ ਕਰਨ ਜਾ ਰਹੇ ਹਾਂ। ਆਓ ਇਸ ਨੂੰ ਡਿਸਕਸ ਕਰਦੇ ਹਾਂ। what is ABCD? It is a rectangular glass slab। ਇਹ ਸਾਡੀ ਜਿਹੜੀ ਹੈ rectangular glass slab ਹੈ, ਜਿਹਦਾ ਨਾਮ ਅਸੀਂ ਲਿਖ ਦਿੱਤਾ ਹੈ ABCD। Now what is KL? KL is the incident ray। ਜਿਹੜੀ ਰੇ ਜਿਹੜੀ ਆ ਕੇ ਸਟ੍ਰਾਈਕ ਕਰ ਰਹੀ ਹੈ, ਇਹਦੇ ਪਿੱਛੇ ਬੇਟਾ ਕੋਈ ਸੋਰਸ ਹੋਏਗਾ। ਹਮੇਸ਼ਾ ਰੇ ਕਿੱਥੋਂ ਆਉਂਦੀ ਹੈ, ਸੋਰਸ ਤੋਂ ਆਉਂਦੀ ਹੈ, ਤੇ ਸੋਰਸ ਮੇ ਵੀ ਬਲਬ ਵੀ ਹੋ ਸਕਦਾ ਹੈ, ਸਨ ਵੀ ਹੋ ਸਕਦਾ ਹੈ, ਜਿਹੜਾ ਮਰਜ਼ੀ ਹੋ ਸਕਦਾ ਹੈ। ਇੱਕ ਰੇ ਆ ਰਹੀ ਹੈ KL, ਇਹਨੂੰ ਅਸੀਂ ਬੋਲਾਂਗੇ ਇਨਸੀਡੈਂਟ ਰੇ। ਨਾਓ ਇਨਸੀਡੈਂਟ ਰੇ ਜਿਹੜੀ ਹੈ ਕਿਹੜੇ ਪੁਆਇੰਟ ਤੇ ਇਨਸੀਡੈਂਟ ਹੋਈ, ਐਟ ਪੁਆਇੰਟ L, ਤੇ L ਪੁਆਇੰਟ ਕਿਹਦੇ ਉੱਤੇ ਹੈ,
ਔਨ ਦਾ ਫੇਸ AB, ਜਿਹੜੇ ਸਾਡੀ ਗਲਾਸ ਸਲੈਬ ਦਾ ਜਿਹੜਾ ਫੇਸ ਹੈ AB, ਫੇਸ ਦਾ ਮਤਲਬ ਲਾਈਕ ਦਿਸ, ਜਿਹੜਾ ਫੇਸ AB ਹੈ ਇਹਦੇ ਉੱਪਰ ਇਨਸੀਡੈਂਟ ਰੇ ਕਿਹੜੇ ਪੁਆਇੰਟ ਤੇ ਸਟ੍ਰਾਈਕ ਹੋਈ? ਐਟ ਪੁਆਇੰਟ L। ਆ L ਪੁਆਇੰਟ ਅਸੀਂ ਮਾਰਕ ਕਰਤਾ। ਕੱਲ ਵੀ ਮੈਂ ਇੱਕ ਚੀਜ਼ ਕਿਹਾ ਸੀ, ਬੜਾ ਜ਼ੋਰ ਦੇ ਕੇ ਕਹੀ ਸੀ ਕਿ ਜਿੱਥੇ ਵੀ ਤੁਹਾਡੀ ਇਨਸੀਡੈਂਟ ਰੇ ਸਟ੍ਰਾਈਕ ਕਰੇ, ਸਭ ਨਾਲੋਂ ਪਹਿਲਾਂ ਅਸੀਂ ਉੱਥੇ ਇੱਕ ਨਾਰਮਲ ਜਿਹੜਾ ਹੈ ਆਪਾਂ ਡਰਾਈਵ ਕਰਨਾ ਹੈ। ਜਿਹੜਾ ਨਾਰਮਲ ਹੈ ਉਹ ਆਪਾਂ ਉੱਥੇ ਡਰਾ ਕਰਾਂਗੇ। ਇਹ L ਪੁਆਇੰਟ ਦੇ ਉੱਪਰ ਰੇ ਜਿਹੜੀ ਆ ਕੇ ਸਟ੍ਰਾਈਕ ਹੋਈ, ਇੱਥੇ ਦੇਖੋ ਮੈਂ ਇੱਕ ਨਾਰਮਲ ਜਿਹੜਾ ਹੈ ਉਹ ਡਰਾ ਕਰ ਦਿੱਤਾ। ਤੇ ਨਾਰਮਲ ਹਮੇਸ਼ਾ ਹੀ ਜਦੋਂ ਵੀ ਆਪਾਂ ਡਰਾ ਕਰਨਾ ਹੈ ਵਿਦ ਦਾ ਹੈਲਪ ਆਫ ਅ ਡਾਟਡ ਲਾਈਨ, ਕਿਉਂਕਿ ਡਾਟਡ ਲਾਈਨ ਦੇ ਨਾਲ ਜਦੋਂ ਡਰਾ ਕੀਤਾ ਜਾਏਗਾ ਸਾਨੂੰ ਰੇ ਤੇ ਨਾਰਮਲ ਦੇ ਵਿੱਚ ਜਿਹੜੀ ਹੈ ਪਹਿਚਾਨ ਹੋ ਜਾਏਗੀ ਕਿ ਇਹ ਡਾਟਡ ਲਾਈਨ ਜਿਹੜੀ ਚੱਲਦੀ ਹੈ, ਅਸੀਂ ਦੂਰੋਂ ਪਛਾਣ ਲਾਂਗੇ ਕਿ ਇਹ ਸਾਡਾ ਜਿਹੜਾ ਹੈ ਇੱਕ ਨਾਰਮਲ ਹੈ। ਨਾਰਮਲ ਹੁੰਦਾ ਕੀ ਹੈ? 90 ਡਿਗਰੀ ਦਾ ਜਿਹੜਾ ਇੱਕ ਐਂਗਲ ਆਪਾਂ ਡਰਾ ਕਰ ਦੇਣਾ। ਨਾਓ ਰੇ ਕਿਹੜੇ ਪੁਆਇੰਟ ਤੇ ਸਟ੍ਰਾਈਕ ਹੋਈ? L ਤੇ। ਇੱਥੇ ਕੀ ਡਰਾ ਕਰਤਾ ਅਸੀਂ? ਇੱਕ ਨਾਰਮਲ। ਤੇ ਇਨਸੀਡੈਂਟ ਰੇ ਤੇ ਨਾਰਮਲ ਦੇ ਵਿਚਕਾਰ ਦੇਖੋ ਇਹ ਜਿਹੜਾ ਐਂਗਲ ਬਣ ਰਿਹਾ, ਜਿਹੜਾ ਅਸੀਂ ਪਿੰਕ ਕਲਰ ਦੇ ਨਾਲ ਸ਼ੋ ਕਰ ਰਹੇ ਹਾਂ, ਇਹ ਐਂਗਲ ਆਫ ਇਨਸੀਡੈਂਸ, ਇਹਨੂੰ ਮੈਂ ਲਿਖਿਆ I1। I1 ਕੀ ਚੀਜ਼ ਹੈ? ਐਂਗਲ ਆਫ ਇਨਸੀਡੈਂਸ। ਜਿੰਨੇ ਐਂਗਲ ਤੇ ਰੇ ਆਫ ਲਾਈਟ ਆ ਕੇ ਸਟ੍ਰਾਈਕ ਕੀਤੀ, ਇਟ ਮੇ ਬੀ 30 ਡਿਗਰੀ 45 ਡਿਗਰੀ, ਜਿੰਨਾ ਮਰਜੀ ਹੋ ਸਕਦਾ ਹੈ। ਨਾਓ ਦਿਸ ਇਜ਼ ਦਾ ਐਂਗਲ ਆਫ ਇਨਸੀਡੈਂਸ। ਕਿਹੜੇ ਫੇਸ ਦਾ? ਫॉर ਫੇਸ AB। ਨਾਓ ਵਾਟ ਵਿਲ ਹੈਪਨ? ਹੁਣ ਇਸ ਰੇ ਨੇ ਗਲਾਸ ਚ ਐਂਟਰ ਕਰਨਾ। ਇਹ ਸਾਰਾ ਗਲਾਸ ਹੈ, ਇਹਦਾ ਮਤਲਬ ਰੇ ਆਈ ਕਿੱਥੋਂ ਸੀ? 에ਅਰ ਥਾਣੀ। 에ਅਰ ਥਾਣੀ ਆਈ, ਚੱਲੀ ਕਿੱਥੇ ਹੈ? ਗਲਾਸ ਦੇ ਵਿੱਚ। ਤੇ 에ਅਰ ਤੋਂ ਗਲਾਸ ਕਹਿਣ ਦਾ ਮਤਲਬ ਰੇਅਰ ਤੋਂ ਡੈਂਸਰ ਮੀਡੀਅਮ। 에ਅਰ ਪਤਲਾ ਮੀਡੀਅਮ ਹੈ, ਗਲਾਸ ਚ ਐਂਟਰ ਕਰਨ ਚੱਲੀ ਹੈ, ਉਹ ਤੇ ਡੈਂਸਰ ਮੀਡੀਅਮ ਹੈ। ਇਹਦਾ ਮਤਲਬ ਲਾਈਟ ਇਜ਼ ਗੋਇੰਗ ਫਰੋਮ ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ। ਲਾਈਟ ਤੁਹਾਡੀ ਬੇਟਾ ਡੈਂਸਰ ਮੀਡੀਅਮ ਚ ਜਾਣ ਲੱਗੀ ਹੈ। ਤੇ ਹੁਣੇ ਮੈਂ ਸਟਾਰਟਿੰਗ ਤੇ ਵੀ ਕਿਹਾ ਸੀ, ਤੁਸੀਂ ਮਾਈਂਡ ਚ ਰੱਖਣਾ ਕੀ ਹੈ ਕਿ ਜਦੋਂ ਵੀ ਲਾਈਟ ਰੇਅਰ ਤੋਂ ਡੈਂਸਰ ਮੀਡੀਅਮ ਦੇ ਵਿੱਚ ਬੇਟਾ ਐਂਟਰ ਕਰੇ, ਉਦੋਂ ਲਾਈਟ ਨੇ ਦੇਖੋ ਧਿਆਨ ਨਾਲ ਜਾਣਾ ਬਿਲਕੁਲ ਸਿੱਧਾ ਸੀ। ਰੇ ਬਿਲਕੁਲ ਇਸ ਤਰ੍ਹਾਂ ਜਾ ਰਹੀ ਹੈ, ਪਰ ਇੱਥੇ ਜਾ ਕੇ ਜਦੋਂ ਮੀਡੀਅਮ ਚੇਂਜ ਹੋਇਆ, ਨਾਲ ਹੀ ਦੇਖੋ ਬੈਂਡ ਹੋ ਗਈ। ਇਹ ਕਿੱਧਰ ਨੂੰ ਮੁੜ ਗਈ? ਟੁਵਾਰਡਸ ਨਾਰਮਲ। ਇਹ ਨਾਰਮਲ ਵਾਲੇ ਪਾਸੇ ਦੇਖੋ ਝੁਕ ਗਈ, ਟੁਵਾਰਡਸ ਲਾਈਕ ਦਿਸ, ਨਾਰਮਲ ਵਾਲੇ ਪਾਸੇ ਬੈਂਡ ਹੋ ਗਈ। ਰੇਅਰ ਟੂ ਡੈਂਸਰ, ਟੁਵਾਰਡਸ ਨਾਰਮਲ। ਇਹ ਮਾਈਂਡ 'ਚ ਪੱਕਾ ਵਸਾ ਲਓ, ਬਹੁਤ ਜ਼ਰੂਰੀ ਗੱਲ। ਰੇਅਰ ਟੂ ਡੈਂਸਰ, ਟੁਵਾਰਡਸ ਨਾਰਮਲ। ਡੈਂਸਰ ਟੂ ਰੇਅਰ, ਅਵੇ ਫਰੋਮ ਨਾਰਮਲ। ਹਾਂਜੀ, ਇਧਰੋਂ ਆਈ, ਨਾਲ ਹੀ ਦੇਖੋ ਨਾਰਮਲ ਵਾਲੇ ਪਾਸੇ ਬੈਂਡ ਹੋ ਗਈ। ਨਾਰਮਲ ਦਾ ਆ ਹਿੱਸਾ ਨਹੀਂ ਲੈਣਾ, ਆ ਜਿਹੜਾ ਨਾਰਮਲ ਦਾ ਹਿੱਸਾ ਹੈ ਗਲਾਸ ਦੇ ਅੰਦਰ, ਉਹਦੇ ਵੱਲ ਦੇਖੋ ਹੈ ਬੈਂਡ ਹੋ ਚੁੱਕੀ ਹੈ। ਕਲੀਅਰ ਬੇਟਾ? ਜਦੋਂ ਉਹ ਬੈਂਡ ਹੋ ਗਈ, ਨਵਾਂ ਸਾਡਾ ਜਿਹੜਾ ਆ ਐਂਗਲ ਆਇਆ, ਇਸ ਨੂੰ ਅਸੀਂ ਲਿਖਿਆ R1। ਦਿਸ ਇਜ਼ ਕਾਲਡ ਐਂਗਲ ਆਫ ਰੀਫ੍ਰੈਕਸ਼ਨ। ਦਿਸ ਇਜ਼ ਆਵਰ ਐਂਗਲ ਆਫ ਰੀਫ੍ਰੈਕਸ਼ਨ। ਤੇ ਇਹ ਘੱਟ ਆਇਆ, ਦੇਖੋ ਆ ਜ਼ਿਆਦਾ ਐਂਗਲ ਹੈ, ਇਹ ਐਂਗਲ ਘੱਟ ਹੈ, ਕਿਉਂਕਿ ਰੇ ਨਾਰਮਲ ਵੱਲ ਮੁੜ ਗਈ। ਜਦੋਂ ਨਾਰਮਲ ਵੱਲ ਮੁੜ ਜਾਏਗੀ ਤੇ ਐਂਗਲ ਘੱਟ ਹੋ ਜਾਂਦਾ ਹੈ। ਹਾਂਜੀ ਕਲੀਅਰ? ਇਹ ਦੋਨੋਂ ਐਂਗਲ ਇਕੁਅਲ ਨਹੀਂ ਹੁੰਦੇ। ਐਂਗਲ ਆਫ ਇਨਸੀਡੈਂਸ ਤੇ ਐਂਗਲ ਆਫ ਰੀਫ੍ਰੈਕਸ਼ਨ ਜਿਹੜੇ ਨੇ ਇਹ ਇਕੁਅਲ ਨਹੀਂ ਹੁੰਦੇ। ਜਾਂ I1 ਵੱਡਾ ਹੋਏਗਾ ਜਾਂ R1 ਵੱਡਾ ਹੋਏਗਾ। ਇਹ ਆਪਾਂ ਅੱਗੇ ਡਿਸਕਸ ਕਰਦੇ ਹਾਂ। ਆਪਾਂ ਇੱਕ ਕੇਸ ਵੀ ਡਿਸਕਸ ਕਰਾਂਗੇ ਜਦੋਂ ਦੋਨੋਂ ਇਕੁਅਲ ਹੋ ਸਕਦੇ ਨੇ, ਉਹ ਬਾਅਦ ਚੋਂ ਡਿਸਕਸ ਕਰਾਂਗੇ। ਨਾਓ ਇਟ ਵਿਲ ਬੈਂਡ। ਨਾਓ KL incident ray, I1 angle of incidence, what is R1? Angle of refraction। ਤੇ ਰੇ ਦੇਖੋ L ਤੋਂ ਸਿੱਧੀ ਗਈ along M, ਇਹ ਸਿੱਧੀ ਜਿਹੜੀ ਇੱਧਰ ਜਾ ਰਹੀ ਹੈ। This is refraction ray, refracted ray। ਆ ਸਾਡੀ refracted ray ਹੈ। ਅੱਗੇ ਜਾ ਕੇ ਸਿੱਧਾ ਜਾ ਕੇ ਦੇਖੋ ਫੇਸ ਕਿਹੜਾ ਆ ਗਿਆ, ਅੱਗੇ ਜਾ ਕੇ DC ਫੇਸ ਆ ਗਿਆ। ਇਹ ਜਾ ਕੇ DC ਫੇਸ ਤੇ ਸਟ੍ਰਾਈਕ ਕੀਤੀ। ਪਹਿਲਾਂ ਜਾ ਕੇ ਇੱਥੇ ਵੱਜੀ ਸੀ, ਹੁਣ ਜਾ ਕੇ ਉਹ DC ਫੇਸ ਉੱਪਰ ਸਟ੍ਰਾਈਕ ਕੀਤੀ। ਕਿਹੜੇ ਪੁਆਇੰਟ ਤੇ ਜਾ ਕੇ ਸਟ੍ਰਾਈਕ ਕੀਤੀ ਹੈ? M ਪੁਆਇੰਟ ਤੇ ਜਾ ਕੇ ਹੈ। ਫਿਰ ਦੁਬਾਰਾ ਸਾਡੀ ਜਿਹੜੀ ਉਹ ਸਟ੍ਰਾਈਕ ਹੋਈ। ਨਾਓ ਜਿੱਥੇ ਰੇ ਜਾ ਕੇ ਸਟ੍ਰਾਈਕ ਕਰਦੀ ਹੈ ਉੱਥੇ ਕੀ ਡਰਾ ਕਰਨਾ ਹੈ? ਨਾਰਮਲ। ਇੱਥੇ ਵੀ ਦੇਖੋ ਇੱਕ ਅਸੀਂ ਇਹ ਨਾਰਮਲ ਡਰਾ ਕਰਤਾ। ਤੇ ਆਹ ਵਾਲਾ ਜਿਹੜਾ ਸਾਡਾ ਐਂਗਲ ਹੈ, ਦੈਟ ਐਂਗਲ, ਇਹਨੂੰ ਅਸੀਂ ਲਿਖ ਦਿੱਤਾ I2।
दिस इज एंगल I2। यह साडा एंगल ऑफ इंसीडेंस है, जिवें इत्थे आके स्ट्राइक की, बाद चों मुड़ गई, आ एंगल ऑफ रिफ्रैक्शन, अगे जाके फिर स्ट्राइक की, यह एंगल ऑफ इंसीडेंस है। इनू असी I2 दे नाल डिनोट करता। I1 एंगल ऑफ रिफ्रैक्शन, अगेन साडा किहड़ा आ गया एंगल ऑफ इंसीडेंस। यह किहड़े फेस दा है? DC फेस वास्ते है बेटा। क्लियर? नाउ हुण दसो रे ने किथे जाना है? हुण इस रे ने गिलास तो निकल के दोबारा थले साडे कोल की हैगी है, देखो एयर, इस रे ने एयर दे विच वापस निकलना है। ते हुण सोचो रे किधर जाएगी? गिलास तो एयर, अरे गिलास ते डेंसर है, ਇਹਦਾ मतलब रे किधर जाएगी? डेंसर टू रेयर मीडियम, डेंसर टू रेयर मीडियम। ते जदों रे डेंसर टू रेयर जाएगी, देन व्हाट विल हैपन? जदों भी रे डेंसर टू रेयर मीडियम जाएगी, इट विल बेंड अवे फ्रॉम नॉर्मल। आ देखो नाल ही रे नॉर्मल तो दूर हट गई, अब देखो पिछा चल गई ते एंगल वध गया। दिस इज एंगल ऑफ रिफ्रैक्शन। आ एंगल ऑफ रिफ्रैक्शन, आ एंगल ऑफ इंसीडेंस, आ भी एंगल ऑफ रिफ्रैक्शन है, ते आ साडे कोल हैगा एंगल ऑफ इंसीडेंस। साडे कोल इत्थे चार एंगल आ गए बेटा, एक I1, एक साडे कोल आ गया R1, एक I2 ते एक साडे कोल आ गया R2। डायग्राम किस तरह दी आई है? लाइक दिस, फिर बेंड टुवर्ड्स, फिर साडे कोल वापस निकल गई अवे फ्रॉम नॉर्मल। हाँ जी बेटा, इत्थों तक तानू ए डायग्राम आई थिंक तानू क्लियर हो गई। नाउ हुण असीं थोड़ा जिहा मैथमेटिकल काम करते हैं, बाद विचों इहदे बारे आपां फर्दर आपां बाद विचों डिस्कस करांगे। नाउ सब नाल पहलां असीं करदे हां रिफ्रैक्शन। फॉर रिफ्रैक्शन ऑफ लाइट, फॉर रिफ्रैक्शन ऑफ लाइट फॉर फेस, हाँ जी केड़े फेस की गल कर लगे हां? फॉर फेस ए बी फेस वास्ते रिफ्रैक्शन बारे असीं डिस्कस कर लगे हां। केड़े फेस वास्ते? ए बी फेस। पहला इत्थे रे आके स्ट्राइक की। अकॉर्डिंग टू स्नेल्स लॉ, आपां कल भी डिस्कस किया, थोड़ा जिहा मैं तुहानूं अज भी जिहड़ा है रिपीट करके दिता है। स्नेल्स लॉ असीं लगाउण लगे हां। नाउ स्नेल्स लॉ दे अकॉर्डिंग म्यू दा मतलब रिफ्रैक्टिव इंडेक्स की दे इक्वल होएगा? साइन आई डिवाइडेड बाय साइन आर। साइन आई नूं असीं काहदा डिवाइड करांगे? साइन आर। नाउ प्लीज टेल, इत्थे ते इत्थे की लिखीए? सोचो, आ फेस की गल हो रही है, लाइट किधरों आ रही है? एयर तो, जा किधर रही है? ग्लास च। ਇਹਦਾ मतलब ऊपर की आएगा? एयर। नीचे की आएगा साडे कोल? ग्लास। लाइट इज गोइंग फ्रॉम एयर टू ग्लास। हाँ जी बेटा, क्लियर? नाउ इक्वल टू आई एंगल ऑफ इंसीडेंस, ते साडा एंगल ऑफ इंसीडेंस केड़ा है? I1। इत्थे आ जाएगा I1। क्लियर? ते साडा एंगल ऑफ रिफ्रैक्शन केड़ा है? साडे कोल आ जाएगा दिस इज R1। दिस इज इक्वेशन नंबर 1। ए साडे कोल फेस ए बी वास्ते ए म्यू जी दी वैल्यू आ गई साइन I1 ओवर साडे कोल आ गया साइन R1। इनू पढ़ना किवें आ? रिफ्रैक्टिव इंडेक्स ऑफ ग्लास विद रिस्पेक्ट टू एयर। बेटा थल्लों पढ़ना शुरू करना है। पहला समझ लिया करो कि गई किथे? एयर टू ग्लास, एयर टू ग्लास। लाइट नू रिफ्रैक्ट कौन करेगा? बेंड कौन करेगा? ग्लास। इथों चालू करना है रिफ्रैक्टिव इंडेक्स ऑफ ग्लास विथ रिस्पेक्ट टू एयर। हाँ जी बेटा, इत्थे तक क्लियर? हुण असीं अगे इक्वेशन तैयार करांगे। रिफ्रैक्शन फॉर रिफ्रैक्शन ऑफ लाइट केड़े फेस वास्ते लैन लगे हां? फॉर फेस DC। DC फेस वास्ते असीं हुण चले हां। नाउ इहदे उत्ते आ जाओ इस फेस वास्ते। अकॉर्डिंग टू स्नेल्स लॉ, अकॉर्डिंग टू स्नेल्स लॉ, हाँ जी की है स्नेल्स लॉ? म्यू इज इक्वल टू साइन आई ओवर साइन आर। हाँ जी प्लीज टेल,
ਹੁਣ ਇੱਥੇ ਤੇ ਇੱਥੇ ਕੀ ਲਿਖਾਂਗੇ ਆਪੇ ਸੋਚੋ। ਹੁਣ ਆ ਫੇਸ ਹੈ, ਲਾਈਟ ਕਿੱਧਰੋਂ ਆ ਰਹੀ ਦੇਖੋ ਧਿਆਨ ਨਾਲ, ਆ ਵਾਲੀ ਰੇ ਆ ਰਹੀ ਹੈ ਸਿੱਧੀ, ਇਹ ਰੇ ਆ ਰਹੀ ਗਲਾਸ ਵਿੱਚੋਂ, ਜਾਣਾ ਕਿੱਥੇ ਇਹਨੇ ਜਾਣਾ ਹੁਣ 에ਅਰ ਦੇ ਵਿੱਚ। ਇਹਦਾ ਮਤਲਬ ਉੱਪਰ ਕੀ ਆਏਗਾ, ਉੱਪਰ ਆਏਗਾ G, ਥੱਲੇ ਆਏਗਾ ਸਾਡੇ ਕੋਲ A। ਲਾਈਟ ਇਜ਼ ਗੋਇੰਗ ਫਰੋਮ ਗਲਾਸ ਟੂ 에ਅਰ, ਗਲਾਸ ਟੂ 에ਅਰ। ਕਿੰਨੇ ਐਂਗਲ ਤੇ ਵੱਜੀ ਆ ਕੇ ਦੇਖੋ, ਕਿੰਨੇ ਐਂਗਲ ਤੇ ਸਟ੍ਰਾਈਕ ਹੋਈ, ਐਟ ਐਂਗਲ I2 ਐਂਗਲ ਤੇ ਜਾ ਕੇ ਹੈ ਜਿਹੜੀ ਹੈ ਸਟ੍ਰਾਈਕ ਹੋਈ। ਇੱਥੇ ਅਸੀਂ 2 ਪਾ ਦਾਂਗੇ ਤੇ ਕਿੰਨੇ ਐਂਗਲ ਦੇ ਬਾਹਰ ਨਿਕਲੀ, ਸਾਡੇ ਕੋਲ ਆ ਗਿਆ R2 ਐਂਗਲ ਆਫ ਰਿਫਰੈਕਸ਼ਨ। ਦਿਸ ਇਜ਼ ਇਕੁਏਸ਼ਨ ਨੰਬਰ 2 ਆ ਗਈ। ਇਸ ਐਂਗਲ ਨੂੰ ਅਸੀਂ ਐਂਗਲ ਆਫ ਇਮਰਜੈਂਸ ਵੀ ਬੋਲਦੇ ਹਾਂ। ਇਮਰਜੈਂਸ ਮੈਨੇ ਬਾਹਰ ਨਿਕਲਣਾ, ਜਿਸ ਐਂਗਲ ਤੇ ਰੇ ਗਲਾਸ ਚ ਵੜੀ ਬਾਅਦ ਚੋਂ ਬਾਹਰ ਨਿਕਲ ਗਈ, ਇਹ ਸਾਡਾ ਐਂਗਲ ਆਫ ਇਮਰਜੈਂਸ ਹੈ। एंगल ऑफ इमरजेंस हैगा, एंगल ऑफ रिफ्रैक्शन भी है, इट इज आल्सो कॉल्ड एंगल ऑफ इमरजेंस। EME तो स्पेलिंग है इमर्ज होना। नाउ दीज टू इक्वेशंस बेटा साडियां जेहड़ियां ने वो तैयार हो चुकियां ने। ए कदों दी गल है, जदों रे आई KL गई किधर LM, बाद चों निकल गई बाहर अलोंग दी पाथ MN। ए साडे कोल जेहड़ियां ने टू इक्वेशंस जेहड़ियां वो तैयार हो चुकियां। नाउ कम टू नैक्सट पॉइंट। हाँ जी, उत्तों मैं थोड़ा जा जिहड़ा है रब कर लगा। ए जिहड़ियां दो इक्वेशंस ने, आई थिंक कि तुसी जिहड़ा है इन्हां दोनां नूं असीं तुसी नोट कर लिया। नाउ ए दोनों इक्वेशंस जिहड़ियां ने मैं एक साइड ते इत्थे लिखण लगा, क्योंकि दो इक्वेशंस मैं होर तैयार करनियां ने। एक इक्वेशन नंबर जिहड़ी 1 सीगी, इत्थे लिख देना है A म्यू G इक्वल टू साडे कोल सीगा साइन I1 डिवाइडेड हैगा साइन R1। दूजी इक्वेशन हैगी आ G म्यू A इज इक्वल टू साइन I2 डिवाइडेड बाय साइन R2। ए दोनों इक्वेशंस में जिहड़ियां साइड ते लिखतियां ने, ते हुण मैं जिहड़ा है इन्हां नूं रब कर लगा। नाउ हुण असीं की कीता है, आ देखो रे आई KL गई किधर L तो M, बाद चो किधर गई फाइनली M तो N, इधर नू निकल गई। जिथे रे आ जा रही सी ना, असी की कीता ओदे बिल्कुल परपेंडिकुलर एक असी इथे प्लेन मिरर रख दिता। शीशा जिन्हों बोलते हैं, तुसी पहले चैप्टर च पढ़िया, प्लेन मिरर भी हुंदा है, कनकेव मिरर भी है, साडे कोल कन्वैक्स मिरर भी है। ए बिल्कुल जिहड़ा है नॉर्मली प्लेन मिरर असी रख दिता है। रे ऑफ लाइट आई ते सीधा जाके नॉर्मल दे ऊपर किन्ने एंगल ते जाके स्ट्राइक की, देखो 90 डिग्री दे ऊपर जाके स्ट्राइक हुई। देन व्हाट विल हैपन, की होएगा जदों रे इत्थे जाके स्ट्राइक की, देन इथों रे ने अपना पाथ रीट्रेस करना है। सानू पता है कि जदों भी रे ऑफ लाइट नॉर्मल दे अलोंग आएगी मिरर दे ऊपर, मान लो आ साडे कोल मिरर है, दिस इज ए मिरर, ते रे ऑफ लाइट बिल्कुल नॉर्मल दे ऊपर ही आंदी है, बिल्कुल परपेंडिकुलर। हुंदा की है, द रे ऑफ लाइट रीट्रेस इट्स पाथ, जिस रस्ते आई उसे रस्ते जिहड़ा है ओने वापस चले जाना हुंदा है। ए तुसीं ऑलरेडी डिस्कस कर चुके जे कि व्हाट विल हैपन if a ray of light strike normally to the plane mirror। जदों normally आएगी, जिस रस्ते आई देखो उसे रस्ते वापस मुड़ गई। आ देखो पहला मैं येलो कलर शो किया है, बाद विचों मैं वापस मोड़िया, देखो यह एरो शो की है, पिंक कलर दे नाल शो किया सीगा। रे इथों वापस चली गई। जदों रे इथों वापस गई ते किहड़े पॉइंट ते हुण स्ट्राइक करेगी, M पॉइंट दे उत्ते स्ट्राइक करेगी। ਇਹਦਾ ਮਤਲਬ ਜਿਵੇਂ ਇੱਥੇ ਵੱਜੀ ਸੀ, ਹੁਣ ਰੇ ਜਿਹੜੀ ਹੈ ਇੱਥੋਂ ਵਾਪਸ ਆਈ। ਹੁਣ ਜਿਹੜਾ ਆਹ ਵਾਲਾ ਐਂਗਲ ਹੈ ਉਹ ਐਂਗਲ ਆਫ ਇਨਸੀਡੈਂਸ ਹੋ ਜਾਏਗਾ, ਇਹਨੂੰ ਬੋਲਦੇ ਆ ਐਂਗਲ ਆਫ ਇਨਸੀਡੈਂਸ। ਵੈਸੇ ਜਦੋਂ ਅਸੀਂ ਉੱਪਰੋਂ ਥੱਲੇ ਆ ਰਹੇ ਹਾਂ ਉਦੋਂ ਐਂਗਲ ਆਫ ਕਿਹੜਾ ਸੀ ਹੈ, ਰੀਫਰੈਕਸ਼ਨ। ਤੇ ਜਦੋਂ ਅਸੀਂ ਮਿਰਰ ਦੇ ਨਾਲ ਇਹਦਾ ਪਾਥ ਚੇਂਜ ਕਰਤਾ, ਹੁਣ ਇਹ ਰੇ ਆਫ ਲਾਈਟ ਇੱਥੇ ਜਾ ਕੇ ਸਟ੍ਰਾਈਕ ਕੀਤੀ, ਜਿਵੇਂ ਆਹ ਸਟ੍ਰਾਈਕ ਕੀਤੀ ਸੀ ਐਂਗਲ ਆਫ ਇਨਸੀਡੈਂਸ ਸੀਗਾ, ਹੁਣ ਇਹ ਰੇ ਆਫ ਲਾਈਟ NM इत्थे जाके स्ट्राइक कर दिया। नाउ दिस एंगल विल बिकम नाउ एंगल ऑफ इंसीडेंस। उस तो बाद क्या होएगा, ए रे उसे रास्ते वापस जाएगी,
ਤੇ ਨਾਓ what will be I2 ਨਾਓ ਆ ਐਂਗਲ ਕਿਹੜਾ ਹੋਏਗਾ this is angle of refraction ਫਿਰ ਇਹ ray of light ਇੱਥੇ ਜਾ ਕੇ ਸਟ੍ਰਾਈਕ ਕਰੇਗੀ ਕਿਹੜੇ ਪੁਆਇੰਟ ਤੇ L ਤੇ ਫਿਰ ਉਸ ਤੋਂ ਬਾਅਦ ਵਾਪਸ ਦੇਖੋ ਇਹ ਪਿੰਕ ਕਲਰ ਦੇ ਨਾਲ ਮੈਂ ਰਸਤਾ ਸ਼ੋ ਕੀਤਾ ਹੈ ਮਤਲਬ ਜਿਸ ਐਂਗਲ ਤੇ ਉਹ ਆ ਕੇ ਰੀਫਰੈਕਟ ਹੋਈ ਤੇ ਜੇ ਉਸੇ ਐਂਗਲ ਤੇ ਆਪਾਂ ਉਹਨੂੰ ਇਨਸੀਡੈਂਟ ਕਰ ਦਈਏ then the ray of light will reverse its path ਜਿਸ ਰਸਤੇ ਆਈ ਹੈ ਉਸੇ ਰਸਤੇ ਉਹਨੇ ਵਾਪਸ ਚੱਲ ਜਾਣਾ ਹੈ ਇਹਨੂੰ ਅਸੀਂ ਬੋਲਦੇ ਹਾਂ ਪ੍ਰਿੰਸੀਪਲ ਆਫ ਰਿਵਰਸੇਬਿਲਟੀ ਰਿਵਰਸੇਬਿਲਟੀ ਦਾ ਮਤਲਬ ਜੇ ਇੱਕ ਰੇ ਇਸ ਤਰ੍ਹਾਂ ਆਈ 30 ਡਿਗਰੀ ਦੇ ਅੰਦਰ ਜਾ ਕੇ ਉਹ 15 ਡਿਗਰੀ ਤੇ ਰਹਿ ਗਈ ਪਰ ਮੈਂ ਚਾਹਨਾ ਹੈ ਕਿ ਵਾਪਸ ਚਲੀ ਜਾਵੇ ਇੱਥੇ ਮਿਰਰ ਲਗਾ ਦਿਓ ਉਹ 15 ਡਿਗਰੀ ਵਾਲਾ ਤੁਹਾਡਾ ਐਂਗਲ ਆਫ ਇਨਸੀਡੈਂਸ ਬਣ ਜਾਏਗਾ ਤੇ ਉਹ 30 ਡਿਗਰੀ ਤੇ ਵਾਪਸ ਨਿਕਲ ਜਾਏਗੀ ਸੇਮ ਪਾਥ ਰਿਵਰਸ ਹੋ ਜਾਏਗੀ ਇਹਨੂੰ ਬੋਲਦੇ ਪ੍ਰਿੰਸੀਪਲ ਆਫ reversibility. Now, after reversing the light, ray of light, after reversing the ray of light, ਜਦੋਂ ray of light ਨੂੰ reverse ਕਰ ਦਿੱਤਾ, then ਅਸੀਂ ਹੁਣ refraction of light ਹੁਣ ਪਹਿਲਾਂ ਦੱਸੋ ਕਿਹੜੇ ਫੇਸ ਦੀ ਗੱਲ ਹੋਏਗੀ ਹੁਣ ਅਸੀਂ ਇੱਥੋਂ ਵਾਪਸ ਜਾਦੇ ਪਹਿਲਾ ਕਿਹੜਾ ਫੇਸ ਆਏਗਾ ਪਹਿਲਾਂ ਇਸ ਤਰ੍ਹਾਂ ਸੀ ਪਹਿਲਾ ਫੇਸ AB ਆਇਆ ਫਿਰ DC ਆਇਆ ਪਰ ਹੁਣ ਵਾਪਸ ਚੱਲੀ ਆ ਹੁਣ ਪਹਿਲਾ ਫੇਸ ਕਿਹੜਾ ਆਏਗਾ ਸਾਡੇ ਕੋਲ ਆਏਗਾ ਫੋਰ ਫੇਸ DC ਹੁਣ DC ਫੇਸ ਵਾਸਤੇ ਅਸੀਂ ਇਹਨੂੰ ਪਹਿਲਾਂ ਡਿਸਕਸ ਕਰਾਂਗੇ ਨਾਓ ਸਨੈਲਸ ਲਾਅ ਕੀ ਹੈ ਅਕੋਰਡਿੰਗ ਟੂ ਸਨੈਲਸ ਲਾਅ हाँ जी स्नेल्स लॉ के अकॉर्डिंग म्यू इक्वल टू साइन आई ओवर साइन आर यह साडा म्यू का फॉर्मूला है प्लीज टेल ए दे अकॉर्डिंग चलना हुन इधर चली है लाइट किधर जा रही है हुन एयर टू ग्लास एयर तो ग्लास चली है इथे आएगा एयर नीचे आएगा साडे कोल ग्लास आएगा जदों एयर टू ग्लास हुन पहचानो एंगल ऑफ इंसीडेंस केड़ा बेटा पहचानो ਇੱਥੇ ਜਾ ਕੇ ਵੱਜੀ ਨਾਓ ਦਿਸ ਇਜ਼ ਐਂਗਲ ਆਫ ਇਨਸੀਡੈਂਸ ਇਹਦਾ ਮਤਲਬ I ਦੀ ਜਗ੍ਹਾ ਤੇ ਸਾਡੇ ਕੋਲ ਐਂਗਲ ਆਏਗਾ R2 ਬੇਟਾ ਐਂਗਲ ਆਫ ਇਨਸੀਡੈਂਸ ਹੈ ਰਿਫਰੈਕਸ਼ਨ ਨਹੀਂ ਜਦੋਂ ਇਸ ਤਰ੍ਹਾਂ ਰੇ ਆ ਰਹੀ ਸੀ ਉਦੋਂ ਰਿਫਰੈਕਸ਼ਨ ਸੀ ਹੁਣ ਵਾਪਸ ਜਾ ਰਹੀ ਹੈ ਐਂਗਲ ਆਫ ਇਨਸੀਡੈਂਸ ਸਾਰੇ ਉਲਟ ਹੋ ਗਏ ਨਾਓ ਦਿਸ ਇਜ਼ R2 ਐਂਗਲ ਆਫ ਇਨਸੀਡੈਂਸ ਤੇ ਸਾਡਾ ਐਂਗਲ ਆਫ ਰਿਫਰੈਕਸ਼ਨ ਕਿਹੜਾ ਬਣ ਜਾਏਗਾ that will be your I2 एंगल ऑफ जेड़ा है रिफ्रैक्शन दिस इज इक्वेशन नंबर 3 बन जाएगी हाँ जी बेटा क्लियर हुन सिमिलरली ए रे जाके इथे स्ट्राइक होएगी हुन रिफ्रैक्शन फॉर द फेस हुन DC नहीं आएगा हुन केड़े फेस दी वारी आएगी अपने को आ गया फेस AB हुन AB फेस वास्ते अकॉर्डिंग टू स्नेल्स लॉ रे किधर चली है ग्लास टू एयर रे जा रही है ग्लास टू एयर बिल्कुल ठीक है ग्लास तो एयर रे जा रही है किदे इक्वल साइन आई ओवर साइन आर हुन दसो एंगल ऑफ इंसीडेंस केड़ा होएगा इथे जाके वजी आ केड़ा एंगल होया एंगल ऑफ इंसीडेंस एदा मतलब इथे साडे कोल आ जाएगा दैट विल बी इक्वल टू R1 ते एंगल ऑफ साडा जेड़ा रिफ्रैक्शन केड़ा हो जाएगा I1 दिस इज योर एंगल ऑफ रिफ्रैक्शन I1 हाँ जी बेटा क्लियर दोनों एंगल उल्ट हो गए व्हाट इज I1 एंगल ऑफ इंसीडेंस इस फेस वास्ते नाउ व्हाट इज R2 एंगल ऑफ रिफ्रैक्शन पर जो रे इस तरह जाएगी आ एंगल ऑफ इंसीडेंस रिफ्रैक्शन इंसीडेंस ए उल्ट हो जाएगा साडे को रिफ्रैक्शन हो जाएगा नाउ साडे कोल जड़ियां ने चार इक्वेशंस जड़ियां साडे कोल बन गईयां 1 2 3 ते साडे कोल 4 आ गई दो इक्वेशंस उपरों थल्ले जाते हैं ते आ दो इक्वेशन है आफ्टर रिवर्सेबिलिटी जदों दा पाथ जेड़ा है असी चेंज करता साडे कोल आ इक्वेशंस आई नाउ बड़े ध्यान दे नाल इक्वेशन नंबर 1 ए इक्वेशन नंबर साडी 1 है इनू देखो ते इक्वेशन नंबर 3 नु देखो एक सॉरी इक्वेशन नंबर असी जेड़ी है वो आपां 4 नु देखना है इक्वेशन नंबर 1 इक्वेशन नंबर 4 ਨੂੰ ਧਿਆਨ ਨਾਲ ਦੇਖੋ a mu g इथे g mu a है इथे I1 R1 ਇਹ ਵੀ 1 1 ਵਾਲੀ ਹੈ
ਹੁਣ ਅਸੀਂ ਉਹ ਇਕੁਏਸ਼ਨ ਲੱਭੀ ਹੈ ਜਿਹਦੇ ਵਿੱਚ 1 1 ਵਾਲੀਆਂ ਟਰਮਾਂ ਆਈਆਂ। ਇਕੁਏਸ਼ਨ ਨੰਬਰ 1 ਤੇ 4 ਜਾਂ ਇਕੁਏਸ਼ਨ ਨੰਬਰ 2 ਦੇਖੋ ਤੇ ਇਧਰੋਂ 3 ਦੇਖੋ, ਜਿਹੜੀਆਂ ਮਰਜ਼ੀ ਲੈ ਲਓ। ਅਸੀਂ ਉਹ ਇਕੁਏਸ਼ਨਸ ਲੈਣੀਆਂ ਜਿਹਦੇ ਚ 1 1 ਹੋਵੇ। ਆ ਦੇਖੋ 1 1 ਜਾਂ ਆ ਵਾਲਾ, ਤੁਸੀਂ ਜਿਹੜੀ ਮਰਜ਼ੀ ਇਕੁਏਸ਼ਨ ਲੈ ਸਕਦੇ। ਅਸੀਂ ਲੈ ਕੇ ਚੱਲੇ ਆ ਇਕੁਏਸ਼ਨ ਨੰਬਰ 1 ਐਂਡ 4। ਅਸੀਂ ਇਕੁਏਸ਼ਨ ਨੰਬਰ 1 ਤੇ 4 ਨੂੰ ਮਲਟੀਪਲਾਈ ਕਰਨ ਲੱਗੇ ਆ। ਧਿਆਨ ਰੱਖਣਾ ਅਸੀਂ ਇਥੇ ਲਿਖਾਂਗੇ ਮਲਟੀਪਲਾਈ 1 ਐਂਡ 4। ਤੁਸੀਂ ਭਾਵੇਂ 2 ਐਂਡ 3 ਮਲਟੀਪਲਾਈ ਕਰ ਲਓ। 1 ਤੇ 4 ਇਕੁਏਸ਼ਨ ਨੂੰ ਅਸੀਂ ਜਿਹੜਾ ਹੈ ਮਲਟੀਪਲਾਈ ਕਰਨ ਲੱਗੇ ਆ। ਨਾਓ 1 ਇਕੁਏਸ਼ਨ ਅਸੀਂ ਆ ਲਿਖਣ ਲੱਗੇ ਆ। ਸਾਡੇ ਕੋਲ ਆ ਗਿਆ a mu g ਮਲਟੀਪਲਾਈ 4 ਨੰਬਰ ਕਿਹੜੀ ਆ, ਦੇਖੋ ਆ ਵਾਲੀ। ਸਾਡੇ ਕੋਲ ਆ ਗਿਆ g mu a ਇਕੁਅਲ ਟੂ, ਪਹਿਲਾਂ ਲੈਫਟ ਸਾਈਡ ਮਲਟੀਪਲਾਈ ਕਰ ਲਈ, ਹੁਣ ਰਾਈਟ ਸਾਈਡ ਮਲਟੀਪਲਾਈ ਕਰੋ। ਸਾਡੇ ਕੋਲ ਕੀ ਹੈਗਾ sin i1 ਓਵਰ ਸਾਡੇ ਕੋਲ ਆ ਗਿਆ sin r1। ਅਸੀਂ ਨਾਲ ਮਲਟੀਪਲਾਈ ਕਰਾਂਗੇ, ਇਹਦੇ ਨਾਲ ਮਲਟੀਪਲਾਈ ਕਰਾਂਗੇ। ਸਾਡੇ ਕੋਲ ਆ ਜਾਏਗਾ sin r1 ਉੱਪਰ ਆ ਗਿਆ ਤੇ ਨੀਚੇ ਆ ਗਿਆ sin i1। ਅਸੀਂ ਇਹਨਾਂ ਨੂੰ ਮਲਟੀਪਲਾਈ ਕਰ ਦਿੱਤਾ। ਹਾਂਜੀ ਬੇਟਾ ਕਲੀਅਰ। ਨਾਓ sin r1 ਨਾਲ sin r1 ਕੈਨਸਲ, sin i1 ਨਾਲ ਸਾਡੇ ਕੋਲ sin i1 ਵੀ ਜਿਹੜਾ ਹੈ ਉਹ ਕੈਨਸਲ ਹੋ ਗਿਆ। therefore a mu g ਮਲਟੀਪਲਾਈ ਬਾਈ g mu a ਇਕੁਅਲ ਟੂ 1। ਸਾਡੇ ਕੋਲ ਜਦੋਂ ਮਲਟੀਪਲਾਈ ਕੀਤਾ a mu g into g mu a, a ਦੀ ਵੈਲਿਊ ਸਾਡੇ ਕੋਲ ਆ ਗਈ 1 ਆ ਗਈ। ਹਾਂਜੀ ਠੀਕ। ਹੁਣ ਮੈਂ ਇੱਥੇ ਜਗ੍ਹਾ ਨਹੀਂ ਹੈ, ਮੈਂ ਉਸ ਸਾਈਡ ਤੇ ਲਿਖਣ ਲੱਗਾ ਇਸ ਤੋਂ ਬਾਅਦ। ਹਾਂਜੀ ਇਸ ਤੋਂ ਬਾਅਦ ਕੀ ਆਏਗਾ a mu g ਇਕੁਅਲ ਟੂ 1 ਓਵਰ, ਇਹਨੂੰ ਬੇਟਾ ਆਪਾਂ ਉਹਦੇ ਨੀਚੇ ਸੁੱਟ ਦਿੱਤਾ, 1 ਦੇ ਨੀਚੇ ਲੈ ਕੇ ਕਿੰਨਾ ਆ ਗਿਆ ਨੀਚੇ ਜਾ ਕੇ g mu a। now this is your final result। ਇਸ ਰਿਜ਼ਲਟ ਨੂੰ ਯਾਦ ਵੀ ਰੱਖਣਾ ਹੈ ਤੇ ਇਹ ਪੇਪਰ ਵਿੱਚ ਪ੍ਰੂਵ ਕਰਨਾ ਵੀ ਆਂਦਾ ਹੈ। ਹੁਣ ਇਸ ਨੂੰ ਸਮਝੋ ਇਹ ਹੈਗਾ ਕੀ ਹੈ। ਹਾਂਜੀ a mu g ਤੇ g mu a ਇਹ ਆਪਸ ਵਿੱਚ ਰੈਸੀਪ੍ਰੋਕਲ ਨੇ। ਆ ਦੇਖੋ 1 ਓਵਰ ਉਲਟ ਨੇ। a mu g and g mu a they are reciprocal to each other। reciprocal to each other ਦਾ ਮਤਲਬ ਹੈ ਜੇਕਰ ਸਾਨੂੰ ਰਿਫਰੈਕਟਿਵ ਇੰਡੈਕਸ ਗਲਾਸ ਦਾ 에ਅਰ ਦੇ ਅਕੋਰਡਿੰਗ ਪਤਾ ਹੈ ਤੇ ਜੇ ਅਸੀਂ 에ਅਰ ਦਾ ਗਲਾਸ ਦੇ ਅਕੋਰਡਿੰਗ ਨਿਕਾਲਣਾ ਹੈ ਉਹਨੂੰ ਜਸਟ ਉਲਟ ਕਰ ਦੋ, ਰੈਸੀਪ੍ਰੋਕਲ ਕਰ ਦੋ। ਹਾਂਜੀ ਕਹਿਣ ਦਾ ਮਤਲਬ ਇੱਥੇ ਮੈਂ ਤੁਹਾਨੂੰ ਜਿਹੜਾ ਹੈ ਲਿਖ ਕੇ ਦਿਖਾਣਾ ਨਾਲ। ਸਾਨੂੰ ਪਤਾ ਹੈ ਇੱਥੇ ਲਿਖਣ ਲੱਗਾ a mu g ਕਿੰਨਾ ਹੁੰਦਾ ਹੈ 3/2। ਇਹ ਆਪਾਂ ਪੜਿਆ ਸੀ ਕਿ ਗਲਾਸ ਦਾ ਰਿਫਰੈਕਟਿੰਗ ਇੰਡੈਕਸ 에ਅਰ ਦੇ ਅਕੋਰਡਿੰਗ ਕਿੰਨਾ ਹੁੰਦਾ ਹੈ 3/2। ਤੇ ਜੇ ਸਾਨੂੰ ਕੋਈ ਪੁੱਛ ਲੇ, ਉਲਟ ਪੁੱਛ ਲੇ, ਜੇ ਸਾਨੂੰ ਕੋਈ ਕਹਿੰਦਾ ਹੈ ਕਿ what is the value of g mu a, ਰਿਫਰੈਕਟਿਵ ਇੰਡੈਕਸ ਆਫ 에ਅਰ ਦਾ ਨਿਕਾਲੋ ਗਲਾਸ ਦੇ ਅਕੋਰਡਿੰਗ। ਇਹ ਗਲਾਸ ਦਾ 에ਅਰ ਦੇ ਅਕੋਰਡਿੰਗ ਹੈ 3/2। ਤੇ ਜੇ ਉਲਟ ਪੁੱਛ ਲਵੇ 에ਅਰ ਦਾ ਗਲਾਸ ਦੇ ਅਕੋਰਡਿੰਗ ਤੇ ਇਹ ਰੈਸੀਪ੍ਰੋਕਲ ਨੇ, ਇਹਨੂੰ ਉਲਟ ਕਰ ਦੋ, ਇਟਸ ਵੈਲਿਊ ਵਿਲ ਬੀ 2/3। ਇਹਦਾ ਇਹ ਮਤਲਬ ਹੈਗਾ। ਹਾਂਜੀ ਬੇਟਾ ਕਲੀਅਰ। ਜੇ ਗਲਾਸ ਦਾ 에ਅਰ ਦੇ ਅਕੋਰਡਿੰਗ ਸਾਨੂੰ ਰਿਫਰੈਕਟਿੰਗ ਇੰਡੈਕਸ ਪਤਾ ਹੈ ਤੇ ਜੇ ਸਾਨੂੰ ਪੁੱਛਿਆ ਜਾਵੇ 에ਅਰ ਦਾ ਕਿੰਨਾ ਹੋਏਗਾ ਗਲਾਸ ਦੇ ਅਕੋਰਡਿੰਗ ਤੇ ਤੁਸੀਂ ਉਹਦੀ ਵੈਲਿਊ ਨੂੰ ਰੈਸੀਪ੍ਰੋਕਲ ਕਰ ਦੇਣਾ। ਸਿਮਿਲਰਲੀ ਵਾਟਰ ਦਾ 에ਅਰ ਦੇ ਅਕੋਰਡਿੰਗ ਕਿੰਨਾ ਹੈ 4/3। ਤੇ ਜੇ 에ਅਰ ਦਾ ਵਾਟਰ ਦੇ ਅਕੋਰਡਿੰਗ ਪੁੱਛ ਲਿਆ ਜਾਵੇ, ਉਲਟ ਕਰ ਲਿਆ ਜਾਵੇ, ਤੁਸੀਂ ਬੋਲੋਗੇ ਇਹਦੀ ਵੈਲਿਊ ਜਿਹੜੀ ਆਏਗੀ ਇਟ ਵਿਲ ਬੀ 3/2 ਆਏਗੀ। ਹਾਂਜੀ ਬੇਟਾ ਕਲੀਅਰ। ਇਹ ਸਾਡਾ ਜਿਹੜਾ ਇੱਕ ਪਹਿਲਾ ਰਿਜ਼ਲਟ